ਧਰਮ, ਜਾਤ, ਜਮਾਤ, ਲਿੰਗ ਆਦਿ ਦੇ ਆਧਾਰ 'ਤੇ ਦਬਾਏ ਹੋਏ ਲੋਕ ਜਾਂ ਪ੍ਰਵਾਸੀ ਆਦਮੀ ਕਿ ਇਹ ਸਬਾਲਟਰਨ ਨੇ, ਕਿ ਮਾਰਜਨਲਾਈਜ਼ਡ ਸੁਸਾਇਟੀ ਦੇ ਵਿੱਚ ਮਾਰਜਨਲਾਈਜ਼ਡ ਜਿਹੜੀਆਂ ਧਿਰਾਂ ਨੇ ਉਹ ਸਬਾਲਟਰਨ ਨੇ। ਜੇ ਇਹ ਸਬਾਲਟਰਨ ਨੇ ਤਾਂ ਇਹ ਸਬਾਲਟਰਨ ਦੀ ਇੱਕ ਨਵੀਂ ਕੈਟਾਗਰੀ ਲਿਆਉਣ ਦੀ ਕਿਉਂ ਜ਼ਰੂਰਤ ਪਈ? ਇਹ ਸਵਾਲ ਕਾਫੀ ਮੈਂ ਸਮਝਦਾ ਐਡਰੈਸ ਹੋਣਾ ਚਾਹੀਦਾ। ਸਬਾਲਟਰਨ ਮੈਂ ਸਮਝਦਾ ਇਹ ਜਿਹੜੀਆਂ ਸੋਸ਼ਲ ਕਲਾਸਿਸ ਨੇ ਉਹਦੇ ਨਾਲੋਂ ਬਿਲਕੁਲ ਇੱਕ ਵੱਖਰੀ ਕੈਟਾਗਰੀ ਹੈ, ਜਿਹੜੀ ਕਿ ਬੁਰਜੂਆ ਸਟੇਟ ਦੇ ਵਿੱਚ ਜਿਹੜੀ ਹੈਜਮਨੀ ਸਥਾਪਿਤ ਹੁੰਦੀ ਆ, ਉਸ ਹੈਜਮਨੀ ਤੋਂ ਦੇ ਵਿੱਚ ਜਿਹੜੀਆਂ ਧਿਰਾਂ ਬਾਹਰ ਰਹਿ ਜਾਂਦੀਆਂ ਨੇ, ਜਿਨ੍ਹਾਂ ਦੇ ਬੋਲ ਉਸ ਹੈਜਮਨੀ ਵਿੱਚ ਸ਼ਾਮਲ ਨਹੀਂ ਹੁੰਦੇ, ਉਹ ਸਬਾਲਟਰਨ ਲੋਕ ਹੁੰਦੇ ਨੇ। ਜੇ ਮੈਂ ਮਤਲਬ ਦੇਖਣਾ ਹੋਵੇ ਕਿ ਇਸ ਵੇਲੇ ਕਿਹੜੀ ਧਿਰ ਆ ਜਿਹਨੂੰ ਅਸੀਂ ਸ਼ੁੱਧ ਰੂਪ ਦੇ ਵਿੱਚ ਸਬਾਲਟਰਨ ਆਖ ਸਕਦੇ ਹਾਂ, ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਯੂਥ ਦੀ ਜਿਹੜੀ ਪ੍ਰੀਕੈਰਿਟੀ ਆ ਉਹਨੂੰ ਅਸੀਂ ਇੱਕ ਨੰਬਰ ਦੇ ਉੱਤੇ ਰੱਖ ਸਕਦੇ ਹਾਂ ਸਬਾਲਟਰਨ ਕੈਟਾਗਰੀ ਦੇ ਵਿੱਚ। ਸੋ ਮੈਂ ਰਜਿੰਦਰਪਾਲ ਹੋਣਾ ਦੇ ਹੁਕਮ ਮੁਤਾਬਕ ਪਰਚਾ ਲਿਖ ਕੇ ਲੈ ਕੇ ਆਇਆ। ਬਹੁਤ ਦੇਰ ਬਾਅਦ ਪਰਚਾ ਲਿਖਿਆ, ਖੈਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਕਿਸੇ ਵੀ ਕੌਮੀ ਬਿਰਤਾਂਤ ਦੇ ਨਿਰਮਾਣ ਕਰਨ ਵਾਲੀ ਸੱਭਿਆਚਾਰਕ ਹੈਜਮਨੀ ਵਿੱਚ ਜਿਹੜੀਆਂ ਧਿਰਾਂ ਦੇ ਬੋਲ ਸ਼ਾਮਲ ਨਹੀਂ ਹੁੰਦੇ, ਉਹਨਾਂ ਨੂੰ ਸਬਾਲਟਰਨ ਕਿਹਾ ਜਾਂਦਾ ਹੈ। ਕਿਸੇ ਵੀ ਕੌਮੀ ਬਿਰਤਾਂਤ ਦੇ ਨਿਰਮਾਣ ਕਰਨ ਵਾਲੀ ਸੱਭਿਆਚਾਰਕ ਹੈਜਮਨੀ ਵਿੱਚ ਜਿਹੜੀਆਂ ਧਿਰਾਂ ਦੇ ਬੋਲ ਸ਼ਾਮਲ ਨਹੀਂ ਹੁੰਦੇ, ਉਹਨਾਂ ਨੂੰ ਸਬਾਲਟਰਨ ਕਿਹਾ ਜਾਂਦਾ ਹੈ। ਇਹ ਸੈਮੀਨਾਰ ਸਾਨੂੰ ਇਸ ਸਵਾਲ ਦੇ ਸਨਮੁਖ ਲਿਆ ਖੜਾ ਕਰਦਾ ਹੈ ਕਿ ਉਹ ਕਿਹੜੀਆਂ ਧਿਰਾਂ ਹਨ ਜਿਨ੍ਹਾਂ ਦੇ ਬੋਲਾਂ ਨੂੰ ਵਰਤਮਾਨ ਪੰਜਾਬ ਦੇ ਸਮਾਜ, ਸੱਭਿਆਚਾਰਕ ਅਤੇ ਆਰਥਿਕ ਰਾਜਨੀਤਿਕ ਨਿਰਮਾਣ ਵਿੱਚ ਭਾਈਵਾਲ ਨਹੀਂ ਬਣਾਇਆ ਗਿਆ, ਜਿਨ੍ਹਾਂ ਨੂੰ ਪੰਜਾਬੀਅਤ ਦੇ ਵਰਤਮਾਨ ਬਿਰਤਾਂਤ ਵਿੱਚ ਸਨਮਾਨਯੋਗ ਥਾਂ ਨਹੀਂ ਮਿਲੀ। ਉਹਨਾਂ ਨੂੰ ਇਹ ਥਾਂ ਕਿਉਂ ਨਹੀਂ ਮਿਲੀ? ਜੇ ਨਹੀਂ ਮਿਲੀ ਤਾਂ ਉਸ ਦਾ ਪੰਜਾਬੀ ਬਿਰਤਾਂਤ ਦੇ ਨਿਰਮਾਣ ਉੱਪਰ ਕੀ ਅਸਰ ਪਿਆ? ਕੀ ਅਜਿਹੀਆਂ ਧਿਰਾਂ ਦੀ ਨਿਸ਼ਾਨਦੇਹੀ ਕਰ ਲੈਣ ਬਾਅਦ ਇਹਨਾਂ ਧਿਰਾਂ ਦੀ ਸ਼ਮੂਲੀਅਤ ਰਾਹੀਂ ਪੰਜਾਬੀ ਬਿਰਤਾਂਤ ਨੂੰ ਕੋਈ ਖੂਬਸੂਰਤ ਮੋੜ ਦਿੱਤਾ ਜਾ ਸਕਦਾ ਹੈ? ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੁਆਰਾ ਸਬਾਲਟਰਨ ਸਟੱਡੀਜ਼ ਦੇ ਵਿਸ਼ੇ 'ਤੇ ਆਯੋਜਿਤ ਕੀਤੇ ਗਏ ਇਸ ਸੈਮੀਨਾਰ ਵਿੱਚ ਅਜਿਹੇ ਸਵਾਲ ਲੈ ਕੇ ਮੈਂ ਆਪ ਦੇ ਸਨਮੁਖ ਹਾਜ਼ਰ ਹਾਂ। ਹਰੀ ਕ੍ਰਾਂਤੀ 1965 ਤੋਂ 1978 ਤੋਂ ਪਹਿਲਾਂ ਖੇਤੀਬਾੜੀ, ਪੇਂਡੂ ਭਾਈਚਾਰਾ ਅਤੇ ਕੁਦਰਤੀ ਵਾਤਾਵਰਣ ਸਾਂਝੇ ਪੈਦਾਵਾਰੀ ਚੱਕਰ ਵਿੱਚ ਬੱਝੇ ਹੋਏ ਸਨ। ਇਹ ਤਿੰਨ ਚੀਜ਼ਾਂ, ਖੇਤੀਬਾੜੀ, ਪੇਂਡੂ ਭਾਈਚਾਰਾ ਅਤੇ ਕੁਦਰਤੀ ਵਾਤਾਵਰਣ, ਇਹ ਤਿੰਨੋਂ ਇੱਕ ਦੂਸਰੇ ਦੇ ਨਾਲ ਇੰਟੈਗਰੇਟ ਹੋਏ ਹੋਏ ਸੀ। ਕਿਸਾਨ ਨੂੰ ਖੇਤੀ ਪੈਦਾਵਾਰ ਲਈ ਲੋੜੀਂਦੀਆਂ ਵਸਤਾਂ, ਇਹ ਮੇਰਾ ਮੇਨ ਪੁਆਇੰਟ ਹੈ ਇਹਦੇ ਵਿੱਚ, ਕਿਸਾਨ ਨੂੰ ਖੇਤੀ ਪੈਦਾਵਾਰ ਲਈ ਲੋੜੀਂਦੀਆਂ ਵਸਤਾਂ, ਸੇਵਾਵਾਂ, ਊਰਜਾ, ਗਿਆਨ, ਖਾਦ, ਸੰਦ ਅਤੇ ਕਿਰਤ ਆਦਿ ਸਭ ਪਿੰਡ ਹੀ ਪ੍ਰਦਾਨ ਕਰਦਾ ਸੀ। ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਾਇਕ ਧੰਦਿਆਂ ਰਾਹੀਂ ਉਹ ਜੋ ਕੁਝ ਵੀ ਪੈਦਾ ਕਰਦਾ, ਪਿੰਡ ਉਸ ਦੀ ਸਾਂਭ ਸੰਭਾਲ ਅਤੇ ਮੁੱਲ ਵਿੱਚ ਵਾਧੇ ਮੀਨਸ ਪ੍ਰੋਸੈਸਿੰਗ ਰਾਹੀਂ ਖਪਤਯੋਗ ਬਣਾ ਦਿੰਦਾ। ਪਿੰਡ ਦੀਆਂ ਲੋੜਾਂ ਦੀ ਪੂਰਤੀ ਉਪਰੰਤ ਵਾਧੂ ਪੈਦਾਵਾਰ ਹੀ ਮੰਡੀ ਵਿੱਚ ਜਾਂਦੀ। ਸੋ ਖੇਤੀਬਾੜੀ ਦਾ ਧੰਦਾ ਕੇਵਲ ਕਿਸਾਨ ਪਰਿਵਾਰਾਂ ਤੱਕ ਸੀਮਤ ਨਹੀਂ ਸੀ, ਸਾਰੇ ਪਿੰਡ ਦਾ ਸਾਂਝਾ ਸਹਿਯੋਗੀ ਧੰਦਾ ਸੀ, ਜੋ ਪੇਂਡੂ ਭਾਈਚਾਰਿਆਂ, ਜਾਤ ਬਰਾਦਰੀਆਂ ਦੇ ਪੈਦਾਵਾਰੀ ਰਿਸ਼ਤਿਆਂ ਦੇ ਨਾਲ ਜਜ਼ਮਾਨੀ ਰਿਸ਼ਤਿਆਂ ਦੇ ਰੂਪ ਵਿੱਚ ਉਹਨਾਂ ਦੇ ਸਮਾਜ, ਸੱਭਿਆਚਾਰਕ ਅਤੇ ਸ਼ਕਤੀ ਸੰਬੰਧਾਂ ਨੂੰ ਵੀ ਪੁਨਰ ਨਿਰਮਿਤ ਕਰਦਾ ਸੀ। ਹਰੀ ਕ੍ਰਾਂਤੀ ਤੋਂ ਬਾਅਦ ਇਹ ਕਨੈਕਸ਼ਨ ਟੁੱਟ ਗਿਆ।
ਅਤੇ ਪੈਦਾਵਾਰ ਕੱਚੇ ਮਾਲ ਦੇ ਰੂਪ ਵਿੱਚ ਸਿੱਧੀ ਮੰਡੀ ਵਿੱਚ ਜਾਣ ਲੱਗ ਪਈ। ਪਿੰਡ ਦੀ ਥਾਂ ਪ੍ਰੋਸੈਸਿੰਗ ਇੰਡਸਟਰੀ ਅਤੇ ਮੰਡੀ ਨੇ ਮੰਨ ਲਈ। ਪਿੰਡ ਇਰਰੈਲੇਵੈਂਟ ਹੋ ਕੇ ਮਰਨੇ ਪੈ ਗਿਆ। ਹਰੀ ਕ੍ਰਾਂਤੀ ਰਾਹੀਂ ਅਸੀਂ ਕਿਸਾਨ ਨੂੰ ਤਾਂ ਫਸਲ ਉਤਪਾਦਨ ਦੀ ਨਵੀਂ ਤਕਨਾਲੋਜੀ ਵਿੱਚ ਨਿਪੁੰਨ ਕਰ ਦਿੱਤਾ, ਪਰ ਪਿੰਡ ਨੂੰ ਪੈਦਾਵਾਰ ਦੀ ਸਾਂਭ ਸੰਭਾਲ, ਵੈਲਿਊ ਐਡੀਸ਼ਨ, ਬ੍ਰਾਂਡ ਡਿਵੈਲਪਮੈਂਟ ਅਤੇ ਮੰਡੀਕਰਨ ਦੀਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਅਤੇ ਟ੍ਰੇਨਿੰਗ ਦੇਣਾ ਪਤਾ ਨਹੀਂ ਕਿਉਂ ਭੁੱਲ ਗਏ। ਇਹ ਭੁੱਲ ਸੀ ਜਾਂ ਸਾਜ਼ਿਸ਼, ਇਹ ਜੋ ਵੀ ਸੀ, ਬਸ ਇਹ ਕਮੀ ਹੀ ਕਿਸਾਨ, ਪਿੰਡ ਅਤੇ ਪੰਜਾਬ ਦੇ ਸੰਕਟ ਦਾ ਕਾਰਨ ਬਣੀ। ਇਸ ਕਮੀ ਨੂੰ ਦੂਰ ਕਰ ਦਿਓ, ਸੰਕਟ ਆਪਣੇ ਆਪ ਹੱਲ ਹੋ ਜਾਵੇਗਾ। ਕਹਿਣ ਤੋਂ ਭਾਵ ਆ ਕਿ ਜਿਹੜੇ ਤਿੰਨ ਚੀਜ਼ਾਂ ਨੇ, ਇੱਕ ਖੇਤ ਆ, ਇੱਕ ਪਿੰਡ ਆ। ਜੋ ਕੁਝ ਵੀ ਖੇਤ ਨੂੰ ਚਾਹੀਦਾ ਸੀ ਉਹ ਸਾਰਾ ਪਿੰਡ ਤੋਂ ਜਾਂਦਾ ਸੀ, ਔਰ ਖੇਤ ਜੋ ਵੀ ਪ੍ਰੋਡਿਊਸ ਕਰਦਾ ਸੀ ਉਹ ਪਿੰਡ ਵਿੱਚ ਆਉਂਦਾ ਸੀ। ਅਤੇ ਗ੍ਰੀਨ ਰੈਵੋਲਿਊਸ਼ਨ ਦੇ ਵਿੱਚ ਅਸੀਂ ਕ੍ਰੌਪ ਪ੍ਰੋਡਕਸ਼ਨ ਦੇ ਵਿੱਚ ਤਾਂ ਟੈਕਨੋਲੋਜੀ ਪ੍ਰੋਵਾਈਡ ਕਰ ਦਿੱਤੀ ਖੇਤ ਨੂੰ, ਪਰ ਜੋ ਪਿੰਡ ਕੰਮ ਕਰਦਾ ਸੀ ਅਸੀਂ ਉਹ ਟੈਕਨੋਲੋਜੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਕੀਤੀ, ਜਦੋਂ ਕਿ ਉਹ ਉਪਲਬਧ ਵੀ ਸੀ। ਉਹ ਟੈਕਨੋਲੋਜੀ ਟਰਾਂਸਫਰ ਕਰ ਦਿੱਤੀ ਗਈ ਮੰਡੀ ਨੂੰ, ਪ੍ਰੋਸੈਸਿੰਗ ਇੰਡਸਟਰੀ ਨੂੰ। ਅਤੇ ਇਸ ਤਰ੍ਹਾਂ ਨਾਲ ਕੀ ਹੋਇਆ ਕਿ ਜਿਹੜਾ ਕਨੈਕਸ਼ਨ ਸੀ ਪਿੰਡ ਦਾ, ਖੇਤ ਦਾ ਪਿੰਡ ਦੇ ਨਾਲ, ਉਹ ਪਿੰਡ ਨੂੰ ਅਲੱਗ ਕਰਕੇ ਖੇਤ ਨੇ ਸਿੱਧਾ ਰਿਲੇਸ਼ਨ ਮੰਡੀ ਦੇ ਨਾਲ ਸਥਾਪਿਤ ਕਰ ਲਿਆ। ਇਹ ਮੇਨ ਕ੍ਰਾਈਸਿਸ ਆ ਗ੍ਰੀਨ ਰੈਵੋਲਿਊਸ਼ਨ ਦਾ। ਪੈਦਾਵਾਰ ਵਿੱਚ ਵਾਧੇ ਲਈ ਹਰੀ ਕ੍ਰਾਂਤੀ ਦੇ ਰੂਪ ਵਿੱਚ ਕਿਸਾਨ ਨੂੰ ਦੋ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ। ਨੰਬਰ 1 ਤਕਨਾਲੋਜੀ ਅਤੇ ਦੂਸਰਾ ਆਧਾਰ ਢਾਂਚਾ। ਜੇਕਰ ਪੈਦਾਵਾਰ ਦੀ ਸਾਂਭ ਸੰਭਾਲ, ਉਸ ਦੇ ਮੁੱਲ ਵਿੱਚ ਵਾਧੇ, ਪ੍ਰੋਸੈਸਿੰਗ, ਬ੍ਰਾਂਡ ਡਿਵੈਲਪਮੈਂਟ ਅਤੇ ਮਾਰਕੀਟ ਇੰਟੈਲੀਜੈਂਸ ਲਈ ਇਹੋ ਦੋ ਚੀਜ਼ਾਂ ਪਿੰਡ ਨੂੰ ਵੀ ਮੁਹੱਈਆ ਕਰਵਾ ਦਿੱਤੀਆਂ ਜਾਂਦੀਆਂ ਤਾਂ ਸੰਕਟ ਨੇ ਪੈਦਾ ਹੀ ਨਹੀਂ ਸੀ ਹੋਣਾ। ਪਿੰਡ ਨੂੰ ਇਹ ਦੋ ਚੀਜ਼ਾਂ ਅੱਜ ਮੁਹੱਈਆ ਕਰਵਾ ਦਿਓ, ਸੰਕਟ ਅੱਜ ਹੀ ਆਪਣੇ ਆਪ ਹੱਲ ਹੋ ਜਾਵੇਗਾ। ਸੱਚ ਜਾਣਿਓ, ਇਹ ਗੱਲ ਇੰਨੀ ਹੀ ਸਧਾਰਨ ਹੈ। ਪਿੰਡ ਦਾ ਕੇਵਲ ਪੈਦਾਵਾਰੀ ਢਾਂਚਾ ਹੀ ਬਰਬਾਦ ਨਹੀਂ ਹੋਇਆ, ਇਸ ਦੀ ਸਮਾਜਿਕ ਅਤੇ ਸੱਭਿਆਚਾਰਕ ਪਹਿਚਾਣ ਵੀ ਪਰਿਵਰਤਿਤ ਜਾਂ ਦੂਸ਼ਿਤ ਹੋਣੀ ਸ਼ੁਰੂ ਹੋ ਗਈ। ਤੁਸੀਂ ਇੱਕ ਕਪਾਹ ਦੀ ਹੀ ਉਦਾਹਰਨ ਲੈ ਲਵੋ। ਕਪਾਹ ਦੀ ਚੁਗਾਈ, ਪਿੰਜਾਈ, ਕਤਾਈ ਆਦਿ ਤੋਂ ਲੈ ਕੇ ਬੁਣਾਈ, ਸਿਲਾਈ, ਕਢਾਈ ਆਦਿ ਤੱਕ ਕਿਵੇਂ ਸਾਰਾ ਪਿੰਡ, ਖਾਸ ਤੌਰ 'ਤੇ ਔਰਤਾਂ, ਮਟੀਰੀਅਲ ਪ੍ਰੋਡਕਸ਼ਨ ਦੇ ਨਾਲ ਨਾਲ ਇਹਨਾਂ ਕੰਮਾਂ ਕਾਰਾਂ ਨਾਲ ਜੁੜੇ ਗੀਤ ਸੰਗੀਤ, ਪਰਫਾਰਮੈਂਸ, ਤ੍ਰਿੰਜਣ ਆਦਿ ਅਤੇ ਚਿੱਤਰਕਲਾ, ਕਢਾਈ ਆਦਿ ਰਾਹੀਂ ਪਿੰਡ ਨੂੰ ਸਮਾਜਿਕ ਅਤੇ ਸੱਭਿਆਚਾਰਕ ਅਮੀਰੀ ਪ੍ਰਦਾਨ ਕਰਦੀਆਂ ਸਨ। ਪਰ ਅੱਜ ਹਰੇ ਇਨਕਲਾਬ ਉਪਰੰਤ ਪਿੰਡ ਕੇਵਲ ਇੱਕ ਰਿਹਾਇਸ਼ੀ ਕਾਲੋਨੀ ਬਣ ਕੇ ਰਹਿ ਗਿਆ ਹੈ। ਪਿੰਡ ਹੁਣ ਸੱਭਿਆਚਾਰ ਅਤੇ ਕਲਾ ਦਾ ਉਤਪਾਦਨ ਨਹੀਂ ਕਰਦਾ, ਮੰਡੀ ਵਿੱਚੋਂ ਪ੍ਰਾਪਤ ਹੋਣ ਵਾਲੀਆਂ ਕਲਾ ਵਸਤੂਆਂ ਦਾ ਖਪਤਕਾਰ ਬਣ ਕੇ ਰਹਿ ਗਿਆ ਹੈ। ਪਿੰਡ ਦੀਆਂ ਔਰਤਾਂ ਫੁਲਕਾਰੀ ਕੱਢਦੀਆਂ ਨਹੀਂ, ਵਿਆਹ ਸ਼ਾਦੀ ਵਿੱਚ ਰਸਮਾਂ ਪੂਰੀਆਂ ਕਰਨ ਲਈ ਸ਼ਹਿਰ ਜਾਂ ਮੰਡੀ ਵਿੱਚੋਂ ਖਰੀਦ ਕੇ ਲਿਆਉਂਦੀਆਂ ਹਨ। ਕੇਵਲ ਖਪਤ ਦੀਆਂ ਵਸਤੂਆਂ ਹੀ ਨਹੀਂ, ਪਿੰਡ ਤਾਂ ਹੁਣ ਆਪਣੇ ਸਮਾਜ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਨੈਤਿਕ ਮੁੱਲ ਵੀ ਮੰਡੀ ਨਿਊ ਲਿਬਰਲ ਸੋਚ ਵਿੱਚੋਂ ਹੀ ਪ੍ਰਾਪਤ ਕਰਦਾ ਹੈ। ਪਿੰਡ ਦੇ ਰੋਲ ਨੂੰ ਮੰਡੀ ਦੇ ਹਵਾਲੇ ਕਰਕੇ ਜਿੱਥੇ ਕਿਸਾਨ ਪਰਿਵਾਰਾਂ ਨੂੰ ਗੁਰਬਤ, ਕਰਜ਼ੇ ਅਤੇ ਆਤਮ ਹੱਤਿਆ ਦੀ ਦਲਦਲ ਵਿੱਚ ਧਕੇਲ ਦਿੱਤਾ ਗਿਆ, ਉੱਥੇ ਪਿੰਡ ਦੀਆਂ ਦੂਸਰੀਆਂ ਜਾਤ ਬਰਾਦਰੀਆਂ ਨੂੰ ਖੇਤੀ ਧੰਦੇ ਨਾਲੋਂ ਤੋੜ ਕੇ ਅਚਾਨਕ ਹੀ ਰੱਬ ਆਸਰੇ ਛੱਡ ਦਿੱਤਾ ਗਿਆ। ਖੇਤੀ ਧੰਦੇ ਜਾਂ ਪਿੰਡ ਵਿੱਚ ਉਹਨਾਂ ਦੇ ਰੋਲ ਨੂੰ ਉੱਕਾ ਹੀ ਖਤਮ ਕਰ ਦਿੱਤਾ ਗਿਆ। ਇਹ ਵੱਖਰੀ ਗੱਲ ਹੈ ਕਿ ਇਹਨਾਂ ਜਾਤ ਬਰਾਦਰੀਆਂ ਨੇ ਹੌਲੀ ਹੌਲੀ ਆਪਣੀ ਸਪੇਸ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਉਦਾਹਰਨ ਦੇ ਤੌਰ 'ਤੇ ਤਰਖਾਣਾ ਲੁਹਾਰਾ ਕੰਮ ਕਰਨ ਵਾਲੇ ਰਾਮਗੜੀਆ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਬਿਨਾਂ ਕਿਸੇ ਯੂਨੀਵਰਸਿਟੀ ਜਾਂ ਸਰਕਾਰੀ ਸਹਾਇਤਾ ਦੇ ਆਪਣੀ ਲਿਆਕਤ ਅਤੇ ਤਜਰਬੇ ਨਾਲ ਥ੍ਰੈਸ਼ਰ, ਕੰਬਾਈਨਾਂ ਅਤੇ ਹੋਰ ਅਨੇਕਾਂ ਕਿਸਮ ਦੇ ਖੇਤੀ ਸੰਦ ਬਣਾਉਣ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਪਛਾੜ ਕੇ ਆਪਣੇ ਆਪ ਨੂੰ ਮੁੜ ਸਥਾਪਿਤ ਕਰ ਲਿਆ ਹੈ। ਪਰ ਇਹ ਆਪਣੇ ਆਪ ਨੂੰ ਪਿੰਡ ਵਿੱਚ ਸਥਾਪਿਤ ਨਹੀਂ ਕਰ ਸਕੇ। ਪਿੰਡੋਂ ਉੱਜੜ ਕੇ ਮੰਡੀ ਦਾ ਭਾਗ ਬਣ ਕੇ ਹੀ ਮੁੜ ਸਥਾਪਿਤ ਹੋਏ ਹਨ। ਪਰ ਇਹ ਆਪਣੇ ਆਪ ਨੂੰ ਪਿੰਡ ਵਿੱਚ ਸਥਾਪਿਤ ਨਹੀਂ ਕਰ ਸਕੇ। ਪਿੰਡੋਂ ਉੱਜੜ ਕੇ ਮੰਡੀ ਦਾ ਭਾਗ ਬਣ ਕੇ ਹੀ ਮੁੜ ਸਥਾਪਿਤ ਹੋਏ ਹਨ। ਜੇਕਰ ਵਿਸਥਾਪਿਤ ਕਰਨ ਦੀ ਥਾਂ ਇਹਨਾਂ ਨੂੰ ਵੀ ਪਿੰਡ ਵਿੱਚ ਹੀ ਫਾਰਮ ਮਸ਼ੀਨਰੀ ਦੀ ਤਕਨਾਲੋਜੀ ਟਰਾਂਸਫਰ ਕਰ ਦਿੱਤੀ ਜਾਂਦੀ, ਜਿਵੇਂ ਕਿਸਾਨਾਂ ਨੂੰ ਕੀਤੀ ਜਾ ਰਹੀ ਸੀ, ਤਾਂ ਪੰਜਾਬ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇਕੱਲੇ ਮਿਸਤਰੀਆਂ ਦੀ ਗੱਲ ਨਹੀਂ, ਹਰ ਜਾਤ ਬਰਾਦਰੀ
ਕਿਸੇ ਨਾ ਕਿਸੇ ਹੁਨਰ ਨਾਲ ਜੁੜੀ ਹੋਈ ਸੀ। ਹਰ ਹੁਨਰ ਲਈ ਨਵੀਂ ਤਕਨਾਲੋਜੀ ਵਿਕਸਿਤ ਹੋ ਰਹੀ ਹੈ। ਸਮਝ ਨਹੀਂ ਲੱਗਦੀ ਕਿ ਵੱਖ-ਵੱਖ ਹੁਨਰਾਂ ਦੀ ਵਿਕਸਿਤ ਹੋ ਰਹੀ ਨਵੀਂ ਤਕਨਾਲੋਜੀ ਨੂੰ ਹੁਨਰਮੰਦਾਂ ਤੋਂ ਛੁਪਾ ਕੇ ਸਰਕਾਰਾਂ ਜਾਂ ਅਫਸਰਸ਼ਾਹੀ ਨੇ ਕੀ ਖੱਟਿਆ। ਹੋ ਸਕਦਾ ਹੈ ਕਿ ਇਹ ਹੁਨਰਮੰਦਾਂ ਦੀ ਕੀਮਤ ਤੇ ਕੰਪਨੀਆਂ ਖੜੀਆਂ ਕਰਕੇ ਪੂੰਜੀਪਤੀਆਂ ਤੋਂ ਕਮਿਸ਼ਨ ਖਾਣ ਦੀ ਲਾਲਸਾ ਹੋਵੇ। ਫਸਲ ਉਤਪਾਦਨ ਤਾਂ ਬਹੁਤ ਰਿਸਕੀ ਕੰਮ ਸੀ, ਇਸ ਲਈ ਇਸ ਨੂੰ ਤਾਂ ਕੰਪਨੀਆਂ ਦੇ ਹਵਾਲੇ ਕਰਕੇ ਕੁਝ ਨਹੀਂ ਸੀ ਖੱਟਿਆ ਜਾ ਸਕਦਾ। ਕਿਸਾਨ ਪਰਿਵਾਰਾਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਜਾਤ ਬਰਾਦਰੀਆਂ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਗਈਆਂ। ਕੇਵਲ ਦੂਸਰੀਆਂ ਜਾਤ ਬਰਾਦਰੀਆਂ ਹੀ ਨਹੀਂ, ਪਿੰਡ ਦੀਆਂ ਔਰਤਾਂ ਵੀ ਸਾਜ਼ਿਸ਼ ਸੋਚ ਦਾ ਸ਼ਿਕਾਰ ਹੋਈਆਂ। ਇਸ ਤਰ੍ਹਾਂ ਪਿੰਡ ਵਿੱਚ ਕਿਸਾਨ ਪਰਿਵਾਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਜਾਤ ਬਰਾਦਰੀਆਂ ਹਾਸ਼ੀਏ ਤੇ ਚਲੀਆਂ ਗਈਆਂ। ਹਾਸ਼ੀਏ ਤੇ ਹੀ ਨਹੀਂ ਗਈਆਂ, ਮੌਨ ਵੀ ਕਰ ਦਿੱਤੀਆਂ ਗਈਆਂ। ਉਹ ਕਿਵੇਂ, ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਹਰੇ ਇਨਕਲਾਬ ਨੇ ਕੇਵਲ ਜੱਟ ਸਿੱਖ ਭਾਈਚਾਰਿਆਂ ਨੂੰ ਹੀ ਮੌਨ ਨਹੀਂ ਕੀਤਾ, ਪੰਜਾਬ ਦੇ ਪੌਣ ਪਾਣੀ, ਜ਼ਮੀਨ ਅਤੇ ਹੋਰਨਾਂ ਕੁਦਰਤੀ ਵਸੀਲਿਆਂ ਦੀ ਵੀ ਖੂਬ ਲੁੱਟ ਖਸੁੱਟ ਕੀਤੀ। ਗੁਰੂ ਸਾਹਿਬ ਨੇ ਜਿਸ ਪਵਨ, ਪਾਣੀ ਅਤੇ ਧਰਤ ਨੂੰ ਕਰਮਵਾਰ ਗੁਰੂ, ਪਿਤਾ ਅਤੇ ਮਾਤਾ ਦਾ ਰੁਤਬਾ ਦਿੱਤਾ ਸੀ, ਉਸ ਦਾ ਵੀ ਹਰੇ ਇਨਕਲਾਬ ਦੀ ਸਫਲਤਾ ਲਈ ਖੂਬ ਬਲਾਤਕਾਰ ਹੋਇਆ। ਬਿਨਾਂ ਸ਼ੱਕ ਹਰੇ ਇਨਕਲਾਬ ਦੀ ਕਹਾਣੀ ਨੂੰ ਗੈਰ ਜੱਟ ਸਿੱਖ ਜਾਤ ਬਰਾਦਰੀਆਂ ਅਤੇ ਕੁਦਰਤੀ ਵਸੀਲਿਆਂ ਦੇ ਸ਼ੋਸ਼ਣ ਦੀ ਕਹਾਣੀ ਦੇ ਰੂਪ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ। ਸੋ ਗੈਰ ਜੱਟ ਸਿੱਖ ਭਾਈਚਾਰਿਆਂ ਨੂੰ ਸਬਾਲਟਰਨ ਅਤੇ ਕੁਦਰਤੀ ਵਸੀਲਿਆਂ ਨੂੰ ਸ਼ੋਸ਼ਿਤ ਧਿਰਾਂ ਦੇ ਰੂਪ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ। ਇਹ ਗੱਲ ਵੀ ਜਗ ਜ਼ਾਹਰ ਹੈ ਕਿ ਹਰੇ ਇਨਕਲਾਬ ਦਾ ਲਾਭ ਧਨੀ ਅਤੇ ਮੱਧ ਵਰਗੀ ਕਿਸਾਨੀ ਦੀ ਉੱਪਰਲੀ ਤਹਿ ਨੂੰ ਹੀ ਪਹੁੰਚਿਆ। ਛੋਟੇ ਕਿਸਾਨਾਂ ਦੇ ਹਿੱਸੇ ਤਾਂ ਕੇਵਲ ਕਰਜ਼ੇ ਅਤੇ ਆਤਮ ਹੱਤਿਆਵਾਂ ਹੀ ਆਈਆਂ। ਪਰ ਹਰੇ ਇਨਕਲਾਬ ਦੀ ਸਫਲਤਾ ਲਈ ਛੋਟੇ ਵੱਡੇ ਹਰ ਵਰਗ ਦੇ ਕਿਸਾਨਾਂ ਨੇ ਇਕਜੁੱਟ ਹੋ ਕੇ ਬਰਾਬਰ ਪਸੀਨਾ ਵਹਾਇਆ। MSP ਵਿੱਚ ਵਾਧੇ, ਜਿਸ ਦਾ ਵਧੇਰੇ ਲਾਭ ਕੇਵਲ ਧਨੀ ਕਿਸਾਨੀ ਨੂੰ ਹੀ ਪਹੁੰਚਣਾ ਸੀ, ਲਈ ਹਰ ਵਰਗ ਦੇ ਕਿਸਾਨਾਂ ਨੇ ਬਰਾਬਰ ਲੜਾਈ ਲੜੀ। ਜੇਕਰ ਝੋਨੇ ਦੀ MSP ਡਬਲ ਵੀ ਕਰ ਦਿੱਤੀ ਜਾਵੇ ਤਾਂ ਵੀ 2 ਏਕੜ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਕਿੰਨਾ ਕੁ ਲਾਭ ਹੋ ਜਾਵੇਗਾ। ਉਸ ਨੂੰ ਤਾਂ ਤਦ ਹੀ ਲਾਭ ਪਹੁੰਚੇਗਾ ਜਦ ਉਸ ਦੇ ਲੜਕੀ ਨੂੰ ਆਧੁਨਿਕ ਸੈਕਟਰ ਵਿੱਚ ਕੋਈ ਨੌਕਰੀ ਮਿਲੇਗੀ। ਪਰ ਫਿਰ ਵੀ ਇਹ ਛੋਟੇ ਕਿਸਾਨ MSP ਲਈ ਤਾਂ ਮਰਨ ਮਿਟਣ ਨੂੰ ਤਿਆਰ ਹੋ ਜਾਂਦੇ ਹਨ, ਪਰ ਯੂਥ ਦੇ ਰੁਜ਼ਗਾਰ ਲਈ ਸੰਘਰਸ਼ ਬਾਰੇ ਸੋਚਦੇ ਤੱਕ ਨਹੀਂ। ਅਜਿਹਾ ਕਿਉਂ ਹੈ? ਇਹ ਕੁਐਸਚਨ ਆ। ਅਤੇ ਇੱਥੋਂ ਹੀ ਮੈਂ ਸਮਝਦਾ ਕਿ ਜਿਹੜੀ ਯੂਥ ਆ ਇਸ ਵੇਲੇ ਉਹ ਪ੍ਰਕੈਰਿਟੀ ਦਾ ਸ਼ਿਕਾਰ ਆ, ਅਤੇ ਉਹ ਹੀ ਸਭ ਤੋਂ ਵੱਡੀ ਜਿਹੜੀ ਸਬਾਲਟਨ ਕਲਾਸ ਆ ਪੰਜਾਬ ਦੇ ਵਿੱਚ ਇਸ ਵੇਲੇ। ਜੇ ਅਸੀਂ ਉਹਨੂੰ ਨਹੀਂ ਸਾਂਭਾਂਗੇ ਤਾਂ ਮੈਂ ਸਮਝਦਾ ਪੰਜਾਬ ਨੂੰ ਕਿਸੇ ਤਰ੍ਹਾਂ ਨਾਲ ਵੀ ਬਚਾਇਆ ਨਹੀਂ ਜਾ ਸਕਦਾ। ਸਵਾਲ ਨੂੰ ਇਸ ਤਰ੍ਹਾਂ ਵੀ ਸੰਬੋਧਿਤ ਹੋਇਆ ਜਾ ਸਕਦਾ ਹੈ ਕਿ ਛੋਟੇ ਕਿਸਾਨਾਂ ਸਮੇਤ ਸਾਰੀਆਂ ਜਾਤ ਬਰਾਦਰੀਆਂ ਅਤੇ ਔਰਤਾਂ, ਜਿਨ੍ਹਾਂ ਨੂੰ ਧਨੀ ਕਿਸਾਨੀ ਨੇ ਨੁਕਰੇ ਲਾ ਕੇ ਰੱਖਿਆ ਹੋਇਆ ਹੈ, ਧਨੀ ਕਿਸਾਨੀ ਦੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋ ਕੇ ਲੜਨ ਲਈ ਕਿਉਂ ਤੇ ਕਿਵੇਂ ਤਿਆਰ ਹੋ ਜਾਂਦੀਆਂ ਹਨ। ਕੇਵਲ ਇੰਨਾ ਹੀ ਨਹੀਂ, ਪਿਛਲੇ ਲੰਮੇ ਅਰਸੇ ਤੋਂ ਉਸ ਦੀ ਨੁਮਾਇੰਦਗੀ ਕਰਨ ਵਾਲੀਆਂ ਸਿਆਸੀ ਧਿਰਾਂ ਅਤੇ ਉਹਨਾਂ ਦੀ ਜਗੀਰੂ ਲੀਡਰਸ਼ਿਪ ਨੂੰ ਪੰਜਾਬ ਦੀ ਵਾਗਡੋਰ ਵੀ ਸੰਭਾਲਦੀਆਂ ਆ ਰਹੀਆਂ ਹਨ। ਇਸ ਗੱਲ ਨੂੰ ਸਮਝਣ ਲਈ ਅੰਤੋਨੀਓ ਗ੍ਰਾਮਸ਼ੀ ਦੇ ਹੈਜਮਨੀ ਦੇ ਸਿਧਾਂਤ ਤੱਕ ਪਹੁੰਚ ਕਰਨੀ ਪਏਗੀ। ਹੈਜਮਨੀ ਉਸ ਵਕਤ ਸਥਾਪਿਤ ਹੁੰਦੀ ਹੈ ਜਦੋਂ ਕੋਈ ਡੋਮੀਨੈਂਟ ਧਿਰ ਜਾਂ ਹਾਕਮ ਜਮਾਤ ਦੂਸਰੀਆਂ ਧਿਰਾਂ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਦੀ ਹਮਾਇਤ ਹਾਸਲ ਕਰਨ ਉਪਰੰਤ ਰਾਜ ਵਿੱਚ ਰੂਪਾਂਤਰਿਤ ਹੋ ਜਾਂਦੀ ਹੈ। ਅਜਿਹਾ ਕਰਨ ਲਈ ਭਾਰੂ ਜਮਾਤ ਕਮਜ਼ੋਰ ਧਿਰਾਂ ਉੱਪਰ ਆਪਣੀ ਵਿਚਾਰਧਾਰਕ ਚੌਧਰ ਸਥਾਪਿਤ ਨਹੀਂ ਕਰਦੀ, ਸਗੋਂ ਇਸ ਦੇ ਉਲਟ ਅਜਿਹੇ ਬੌਧਿਕ ਨੈਤਿਕ ਸੁਧਾਰ ਪੇਸ਼ ਕਰਦੀ ਹੈ ਜਿਨ੍ਹਾਂ ਦਾ ਇੱਕੋ ਇੱਕ ਮਨੋਰਥ ਵਿਭਿੰਨ ਧਿਰਾਂ ਦੇ ਵਿਚਾਰਧਾਰਕ ਢਾਂਚਿਆਂ ਨੂੰ ਤੋੜ ਕੇ ਉਹਨਾਂ ਦੇ ਪੁਨਰ ਉਤਪਾਦਨ ਰਾਹੀਂ ਸਾਂਝੇ ਲੋਕ ਪ੍ਰਚਲਿਤ ਨੈਸ਼ਨਲ ਪਾਪੂਲਰ ਕਿਰਦਾਰ ਵਾਲੀ ਸਮੂਹਿਕ ਇੱਛਾ ਦਾ ਨਿਰਮਾਣ ਕਰਨਾ ਹੁੰਦਾ ਹੈ। ਇਹ ਨਹੀਂ ਹੈ ਕਿ ਜਿਹੜੀ ਡੋਮੀਨੈਂਟ ਧਿਰ ਆ ਉਹਨੇ ਦੂਸਰੀਆਂ ਧਿਰਾਂ ਨੂੰ ਦਬਾਉਣਾ, ਸਪਰੈਸ ਕਰਨਾ। ਉਹਨੇ ਤਾਂ ਜਦੋਂ ਹੈਜਮਨੀ ਦੇ ਵਿੱਚ ਇੱਕ ਨੈਸ਼ਨਲ ਪਾਪੂਲਰ ਦੀ ਕ੍ਰੀਏਸ਼ਨ ਕਰਨੀ ਆ ਜਿੱਥੇ ਉਹਨਾਂ ਨੂੰ ਉਹਨਾਂ ਦਾ ਕੰਸੈਂਟ ਹਾਸਲ ਕਰ ਸਕੇ।
ਭਾਵੇਂ ਪੰਜਾਬ ਦੇ ਜ਼ਮੀਨੀ ਵਸੀਲਿਆਂ ਉੱਪਰ ਧਨੀ ਜਾਂ ਮੱਧ ਵਰਗੀ ਜੱਟ ਸਿੱਖ ਪਰਿਵਾਰਾਂ ਦਾ ਹੀ ਕਬਜ਼ਾ ਸੀ, ਪਰ ਇਹਨਾਂ ਜ਼ਮੀਨੀ ਵਸੀਲਿਆਂ ਵਿੱਚੋਂ ਖੁਸ਼ਹਾਲੀ ਪੈਦਾ ਕਰਨ ਵਾਲੇ ਖੇਤੀ ਵਪਾਰ ਅਤੇ ਖੇਤੀ ਰਸਾਇਣਾਂ ਉੱਪਰ ਕੇਂਦਰ ਸਰਕਾਰ ਜਾਂ ਕਾਰਪੋਰੇਟ ਦਾ ਨਿਯੰਤਰਣ ਸੀ। ਇਸ ਲਈ ਇਹ ਪੋਲੀਟੀਕਲ ਜਿਹੜਾ ਇਹਦੇ 'ਚ ਇਸ਼ੂ ਆ, ਭਾਵੇਂ ਪੰਜਾਬ ਦੇ ਜ਼ਮੀਨੀ ਵਸੀਲਿਆਂ ਉੱਪਰ ਧਨੀ ਜਾਂ ਮੱਧ ਵਰਗੀ ਜੱਟ ਸਿੱਖ ਪਰਿਵਾਰਾਂ ਉੱਪਰ ਧਨੀ ਜਾਂ ਮੱਧ ਵਰਗੀ ਜੱਟ ਸਿੱਖ ਪਰਿਵਾਰਾਂ ਦਾ ਹੀ ਕਬਜ਼ਾ ਸੀ, ਪਰ ਇਹਨਾਂ ਜ਼ਮੀਨੀ ਵਸੀਲਿਆਂ ਵਿੱਚੋਂ ਖੁਸ਼ਹਾਲੀ ਪੈਦਾ ਕਰਨ ਵਾਲੇ ਖੇਤੀ ਵਪਾਰ ਅਤੇ ਖੇਤੀ ਰਸਾਇਣਾਂ ਉੱਪਰ ਕੇਂਦਰ ਸਰਕਾਰ ਜਾਂ ਕਾਰਪੋਰੇਟ ਦਾ ਨਿਯੰਤਰਣ ਸੀ। ਇਸ ਲਈ ਖੇਤੀ ਰਸਾਇਣਾਂ ਉੱਪਰ ਵਧੇਰੇ ਰਿਆਇਤਾਂ ਹਾਸਲ ਕਰਨ ਗਵਰਨਮੈਂਟ ਆਫ ਇੰਡੀਆ ਤੋਂ ਅਤੇ ਖੇਤੀ ਜਿਣਸਾਂ ਦਾ ਚੰਗਾ ਮੁੱਲ ਪ੍ਰਾਪਤ ਕਰਨ ਲਈ ਇਸ ਧਨੀ ਕਿਸਾਨੀ ਨੂੰ ਕੇਂਦਰ ਦੀਆਂ ਪਾਲਸੀਆਂ ਨਾਲ ਲਗਾਤਾਰ ਨੈਗੋਸ਼ੀਏਟ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਦੂਸਰੇ ਪਾਸੇ ਸਸਤੀ ਬਿਜਲੀ, ਸਸਤਾ ਪਾਣੀ ਅਤੇ ਸਸਤੇ ਕਰਜ਼ੇ ਪ੍ਰਾਪਤ ਕਰਨ ਦੇ ਨਾਲ ਖੇਤੀ ਆਧਾਰ ਢਾਂਚਾ ਖੜਾ ਕਰਨ ਅਤੇ ਕਿਸਾਨ ਪੱਖੀ ਪਾਲਸੀਆਂ ਦੇ ਲਗਾਤਾਰ ਨਿਰਮਾਣ ਲਈ ਪੰਜਾਬ ਦੀ ਰਾਜ ਸੱਤਾ ਪ੍ਰਾਪਤੀ ਵੀ ਆਵਸ਼ਕ ਹੋ ਗਈ ਸੀ। ਇਸ ਜਿਹੜੀ ਫਿਊਡਲ ਲੀਡਰਸ਼ਿਪ ਲਈ ਉਹ ਸਿਆਸੀ ਸ਼ਕਤੀ ਇਸ ਨੂੰ ਧਰਮ ਦੀ ਰਾਜਨੀਤੀ ਵਿੱਚੋਂ ਪ੍ਰਾਪਤ ਹੋਈ। ਭਾਵੇਂ ਬੇਜ਼ਮੀਨੇ ਛੋਟੇ ਕਿਸਾਨਾਂ, ਸ਼ਿਲਪੀ ਸਿੱਖਾਂ, ਸ਼ਹਿਰੀ ਸਿੱਖਾਂ, ਦਲਿਤ ਸਿੱਖਾਂ, ਕਰਮਚਾਰੀ ਸਿੱਖਾਂ ਆਦਿ ਨੂੰ ਇਹਨਾਂ ਪਾਲਸੀਆਂ ਦਾ ਉੱਕਾ ਹੀ ਕੋਈ ਲਾਭ ਨਹੀਂ ਸੀ ਹੋਣਾ, ਪਰ ਫਿਰ ਵੀ ਉਹਨਾਂ ਨੇ ਧਰਮ ਦੀ ਸਾਂਝ ਕਰਕੇ ਇਸ ਧਨੀ ਕਿਸਾਨੀ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਧਰਮ ਦੇ ਨਾਮ ਉੱਪਰ ਸੰਪੂਰਨ ਸਿੱਖ ਭਾਈਚਾਰੇ ਦਾ ਸਮਰਥਨ ਹਾਸਲ ਕਰਨ ਵਾਸਤੇ ਇਸ ਧਨੀ ਜਾਂ ਮੱਧ ਵਰਗੀ ਕਿਸਾਨੀ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਆਦਿ ਸਿੱਖ ਸੰਸਥਾਵਾਂ ਉੱਪਰ ਕਬਜ਼ਾ ਸਥਾਪਿਤ ਕੀਤਾ। ਅਜਿਹਾ ਕਰਨ ਲਈ ਉਹਨਾਂ ਨੇ 1962 ਵਿੱਚ ਸ਼ਹਿਰੀ ਸਿੱਖਾਂ ਦੇ ਨੁਮਾਇੰਦੇ ਮਾਸਟਰ ਤਾਰਾ ਸਿੰਘ ਦਾ ਸਫਾਇਆ ਕਰਕੇ ਆਪਣੇ ਨੁਮਾਇੰਦੇ ਸੰਤ ਫਤਿਹ ਸਿੰਘ ਨੂੰ ਅੱਗੇ ਲਿਆਂਦਾ। ਫਿਰ ਆਪਣੀਆਂ ਜਗੀਰੂ ਮੰਗਾਂ ਨੂੰ ਸਿੱਖ ਇਤਿਹਾਸ, ਸਿੱਖ ਸੰਸਕ੍ਰਿਤੀ ਅਤੇ ਸਿੱਖ ਪਰੰਪਰਾਵਾਂ ਦਾ ਆਸਰਾ ਲੈ ਕੇ ਸਿੱਖ ਮੰਗਾਂ ਵਿੱਚ ਰੂਪਾਂਤਰਿਤ ਕਰ ਦਿੱਤਾ। ਇਸ ਦੀ ਵਧੀਆ ਉਦਾਹਰਨ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਹੈ, ਜਿਸ ਰਾਹੀਂ ਧਨੀ ਕਿਸਾਨੀ ਨੇ ਆਪਣੇ ਜਮਾਤੀ ਹਿੱਤਾਂ ਨੂੰ ਸਿੱਖ ਪਹਿਰਾਵੇ ਵਿੱਚ ਪੇਸ਼ ਕਰਕੇ ਸਿੱਖਾਂ ਦੇ ਸਭੇ ਵਰਗਾਂ ਦਾ ਸਮਰਥਨ ਹਾਸਲ ਕਰ ਲਿਆ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਧਨੀ ਕਿਸਾਨੀ ਦੀ ਚੌਧਰ ਵਾਲੀ ਸਿਆਸਤ ਨੇ ਜਿੱਥੇ ਗੈਰ ਜੱਟ ਸਿੱਖ ਬਰਾਦਰੀਆਂ ਨੂੰ ਖੂੰਜੇ ਲਾਈ ਰੱਖਿਆ ਅਤੇ ਉਹਨਾਂ ਨੂੰ ਪੰਜਾਬ ਦੇ ਭਵਿੱਖ ਦੀ ਸਿਰਜਣਾ ਲਈ ਭਾਈਵਾਲ ਨਹੀਂ ਬਣਾਇਆ, ਉੱਥੇ ਇਸ ਦੀ ਜਗੀਰੂ ਸਿਆਸਤ ਨੇ ਪੰਜਾਬ ਦੇ ਆਧੁਨਿਕੀਕਰਨ ਨੂੰ ਵੀ ਰੋਕੀ ਰੱਖਿਆ। ਪੰਜਾਬ ਦੀ ਇਸ ਸਿਆਸਤ ਨੇ ਕੇਵਲ ਗੈਰ ਜੱਟ ਸਿੱਖ ਜਾਤ ਬਰਾਦਰੀਆਂ ਅਤੇ ਪਛੜੇ ਜਾਂ ਦਲਿਤ ਵਰਗਾਂ ਨੂੰ ਹੀ ਖੂੰਜੇ ਨਹੀਂ ਲਗਾਇਆ, ਸਗੋਂ ਛੋਟੇ ਕਿਸਾਨਾਂ ਨੂੰ ਵੀ ਗੁਰਬਤ ਅਤੇ ਕਰਜ਼ੇ ਦੀ ਖਾਈ ਵਿੱਚ ਧਕੇਲ ਦਿੱਤਾ। ਸਪਸ਼ਟ ਹੈ ਕਿ ਜਿੰਨੀ ਦੇਰ ਤੱਕ ਇਹ ਮੌਨ ਧਿਰਾਂ ਖੂੰਜੇ ਲੱਗੀਆਂ ਰਹਿਣਗੀਆਂ ਅਤੇ ਆਪਣੀ ਵੱਖਰੀ ਸਿਆਸੀ ਪਹਿਚਾਣ ਨਹੀਂ ਬਣਾਉਣਗੀਆਂ, ਉਨੀ ਦੇਰ ਤੱਕ ਪੰਜਾਬ ਦੇ ਆਧੁਨਿਕੀਕਰਨ ਅਤੇ ਡਿਜੀਟਾਈਜੇਸ਼ਨ ਜਾਂ ਨੈੱਟਵਰਕਿੰਗ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਪਰ ਇਹ ਸਭ ਕੁਝ ਪੰਜਾਬ ਦੇ ਵਿਦਿਅਕ ਢਾਂਚੇ ਵਿੱਚ ਰੈਡੀਕਲ ਤਬਦੀਲੀਆਂ ਲਿਆਏ ਬਿਨਾਂ ਸੰਭਵ ਨਹੀਂ। ਪੰਜਾਬ ਨੂੰ ਕੇਵਲ ਵਧੇਰੇ ਅਤੇ ਕੁਆਲਿਟੀ ਐਜੂਕੇਸ਼ਨ ਦੀ ਹੀ ਨਹੀਂ, ਵੱਖਰੀ ਕਿਸਮ ਦੀ ਐਜੂਕੇਸ਼ਨ ਦੀ ਜ਼ਰੂਰਤ ਹੈ। ਪੰਜਾਬ ਨੂੰ ਅੱਗੇ ਲਿਜਾਣ ਲਈ ਕੇਵਲ ਇਹ ਜਾਣਨਾ ਹੀ ਬਹੁਤ ਨਹੀਂ ਕਿ ਕਿਵੇਂ ਪੜ੍ਹਾਉਣਾ ਹੈ, ਸਗੋਂ ਇਹ ਜਾਣਨਾ ਹੋਰ ਵੀ ਜ਼ਰੂਰੀ ਹੈ ਕਿ ਕੀ ਪੜ੍ਹਾਉਣਾ ਹੈ। ਧੰਨਵਾਦ।